ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਤੇ ਸ਼ੁਕਰ ਕਰਦੇ ਹਾਂ ਪਰਮੇਸ਼ਰ ਨੇ ਅੱਜ ਦੇ ਦਿਨ ਦੇ ਸਾਨੂੰ ਜਿਉਂਦੇ ਰੱਖਿਆ, ਅੱਜ ਦਾ ਦਿਨ ਦਿਖਾਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਕੁਝ ਗੱਲਾਂ ਨੂੰ ਦੇਖਾਂਗੇ। ਜਿਸ ਤਰ੍ਹਾਂ ਅੱਜ ਹਰ ਇੱਕ ਇਨਸਾਨ ਨੂੰ ਬਹੁਤ ਸਾਰੀਆਂ ਚੀਜ਼ਾਂ ਪਸੰਦ ਹੁੰਦੀਆਂ, ਬਹੁਤ ਸਾਰੀਆਂ ਨਾਪਸੰਦ ਹੁੰਦੀਆਂ ਹੈ। ਹਾਲੇਲੂਇਆ। ਇਸੇ ਤਰ੍ਹਾਂ ਪਰਮੇਸ਼ਰ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਪਸੰਦ ਹੈ ਤੇ ਬਹੁਤ ਸਾਰੀਆਂ ਨਾਪਸੰਦ ਹੈ। ਤੇ ਅੱਜ ਅਸੀਂ ਉਹ ਵਚਨ ਦੇ ਵਿੱਚੋਂ ਦੇਖਾਂਗੇ। ਜਿਸ ਤਰ੍ਹਾਂ ਇੱਕ ਇਨਸਾਨ ਨੂੰ ਖਾਣੇ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਪਸੰਦ ਹੈ। ਕੋਈ ਸਬਜ਼ੀ ਪਸੰਦ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ। ਖਾਣ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਉਹਨੂੰ ਪਸੰਦ ਵੀ ਆ, ਨਹੀਂ ਵੀ ਪਸੰਦ ਹੈ। ਜਿਹੜੀਆਂ ਪਸੰਦ ਹੈ ਤੇ ਉਹਨਾਂ ਨੂੰ ਉਹ ਖਾਂਦਾ ਆ, ਜਿਹੜੀ ਨਹੀਂ ਪਸੰਦ ਉਹਨਾਂ ਨੂੰ ਨਹੀਂ ਖਾਂਦਾ। ਇਸੇ ਤਰ੍ਹਾਂ ਪਹਿਨਣ ਦੇ ਵਿੱਚ ਵੀ, ਕੱਪੜੇ ਪਾਉਣ ਦੇ ਵਿੱਚ ਵੀ, ਜਾਂ ਹੋਰ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਲੈਣ ਦੇ ਵਿੱਚ, ਜਾਂ ਮੋਟਰਸਾਈਕਲ ਲੈਣ ਦੇ ਵਿੱਚ, ਜਾਂ ਗੱਡੀ ਲੈਣ ਦੇ ਵਿੱਚ, ਜਾਂ ਕੋਈ ਵੀ ਚੀਜ਼ ਅਸੀਂ ਲੈਂਦੇ ਹਾਂ ਉਹਦੇ ਵਿੱਚ ਉਹ ਚੁਆਇਸ ਦੇਖਦਾ ਹੈ, ਪਸੰਦ ਕਿਹੜੀ ਹੈ ਸਾਨੂੰ। ਕਲਰ ਪਸੰਦ ਹੈ ਸਾਨੂੰ, ਕਈਆਂ ਨੂੰ ਵਾਈਟ ਕਲਰ ਪਸੰਦ ਹੈ, ਕਈਆਂ ਨੂੰ ਬਲੈਕ ਕਲਰ ਪਸੰਦ ਹੈ, ਕਈਆਂ ਨੂੰ ਅਲੱਗ-ਅਲੱਗ ਕਲਰ ਪਸੰਦ ਹੈ। ਹਰੇਕ ਇਨਸਾਨ ਦੀ ਆਪਣੀ ਪਸੰਦ ਹੈ। ਹਾਲੇਲੂਇਆ। ਤੇ ਅੱਜ ਅਸੀਂ ਪਰਮੇਸ਼ਰ ਦੀ ਪਸੰਦ ਦੇਖਾਂਗੇ। ਬਾਈਬਲ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਨੇ ਬਾਈਬਲ ਦੇ ਵਿੱਚੋਂ ਪਸੰਦ ਕੀਤਾ, ਬਹੁਤ ਸਾਰੀਆਂ ਨੂੰ ਪਸੰਦ ਨਹੀਂ ਕੀਤਾ। ਅੱਜ ਦੇਖਾਂਗੇ ਕਿ ਕਿਹਨਾਂ ਚੀਜ਼ਾਂ ਨੂੰ ਪਰਮੇਸ਼ਰ ਨੇ ਪਸੰਦ ਕੀਤਾ ਤੇ ਕਿਹਨਾਂ ਚੀਜ਼ਾਂ ਨੂੰ ਪਰਮੇਸ਼ਰ ਨੇ ਪਸੰਦ ਨਹੀਂ ਕੀਤਾ। ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਉਤਪਤੀ ਪੱਤਰੀ ਦੇ ਵਿੱਚ ਪਹਿਲੇ ਅਧਿਆਇ ਦੇ ਵਿੱਚ ਪੜ੍ਹਦੇ ਹਾਂ, ਤਾਂ ਉੱਥੇ ਲਿਖਿਆ ਹੋਇਆ, ਉਹ ਅਸੀਂ ਪੜ੍ਹਾਂਗੇ। ਉਤਪਤ ਉਸ ਦਾ ਪਹਿਲਾ ਅਧਿਆਇ, ਉਹਦੀ 1 ਆਇਤ ਤੋਂ ਲੈ ਕੇ ਅਸੀਂ ਪੜ੍ਹਾਂਗੇ। ਆਦਿ ਵਿੱਚ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਧਰਤੀ ਬਿਨਾਂ ਕਿਸੇ ਰੂਪ ਦੇ ਸੁੰਨੀ ਸੀ। ਡੂੰਘੀ ਸਮੁੰਦਰ ਦੀ ਸਤ੍ਹਾ ਉੱਤੇ ਹਨੇਰਾ ਸੀ। ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਮੰਡਲਾ ਰਿਹਾ ਸੀ। ਪਰਮੇਸ਼ਰ ਨੇ ਕਿਹਾ ਚਾਨਣ ਹੋਵੇ ਤਾਂ ਇਹ ਹੋ ਗਿਆ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਇਹ ਬਣਾਇਆ ਤਾਂ ਕੀ ਹੋਇਆ? ਪਰਮੇਸ਼ਰ ਨੇ ਕਿਹਾ ਚਾਨਣ ਹੋਵੇ ਤਾਂ ਹੋ ਗਿਆ। ਤਾਂ ਉਸ ਤੋਂ ਬਾਅਦ ਚੌਥੀ ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਪਰਮੇਸ਼ਰ ਨੂੰ ਇਹ ਚੰਗਾ ਲੱਗਿਆ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਆਪਣੀ ਬਣਾਏ ਹੋਏ ਚਾਨਣ ਨੂੰ ਦੇਖਿਆ ਤਾਂ ਕੀ ਹੋਇਆ? ਉਹ ਚਾਨਣ ਪਰਮੇਸ਼ਰ ਨੂੰ ਚੰਗਾ ਲੱਗਿਆ। ਹਾਲੇਲੂਇਆ। ਜਦੋਂ ਪਰਮੇਸ਼ਰ ਨੂੰ ਚੰਗਾ ਲੱਗਿਆ ਤਾਂ ਉਸ ਚੀਜ਼ ਤੋਂ ਪਰਮੇਸ਼ਰ ਖੁਸ਼ ਹੋਇਆ। ਫਿਰ ਪਰਮੇਸ਼ਰ ਨੇ ਅੱਗੇ ਬਣਾਇਆ। ਜਦੋਂ ਅਸੀਂ 1:9 ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਵਾ, ਪਰਮੇਸ਼ਰ ਨੇ ਕਿਹਾ ਆਕਾਸ਼ ਦੇ ਹੇਠਾਂ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਕਿ ਸੁੱਕੀ ਜ਼ਮੀਨ ਦਿਖਣ ਲੱਗ ਪਵੇ, ਤਾਂ ਇਹ ਹੋ ਗਿਆ। ਪਰਮੇਸ਼ਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਕਿਹਾ ਅਤੇ ਇੱਕ ਥਾਂ ਇਕੱਠੇ ਹੋਏ ਪਾਣੀਆਂ ਨੂੰ ਸਮੁੰਦਰ ਕਿਹਾ। ਪਰਮੇਸ਼ਰ ਨੇ ਇਹ ਦੇਖਿਆ, ਹਾਲੇਲੂਇਆ, ਤਾਂ ਉਸ ਨੂੰ ਚੰਗਾ ਲੱਗਾ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਸਮੁੰਦਰ ਬਣਾਏ, ਪਾਣੀਆਂ ਬਣਾਈ, ਜ਼ਮੀਨ ਬਣਾਈ, ਤਾਂ ਉਹਨੂੰ ਦੇਖਿਆ ਪਰਮੇਸ਼ਰ ਨੇ। ਤਾਂ ਜਦੋਂ ਉਹਨੂੰ ਪਰਮੇਸ਼ਰ ਨੇ ਦੇਖਿਆ ਤਾਂ ਉਹਨੂੰ ਇਹ ਚੀਜ਼ ਕੀ ਹੋਈ? ਚੰਗੀ ਲੱਗੀ ਆ। ਹਾਲੇਲੂਇਆ। ਪਰਮੇਸ਼ਰ ਨੇ ਆਪਣੀ ਜਦੋਂ ਬਣਾਈ ਹੋਈ ਸ੍ਰਿਸ਼ਟੀ ਨੂੰ ਦੇਖਦਾ ਰਿਹਾ, ਬਣਾਉਂਦਾ ਰਿਹਾ, ਤੇ ਉਸਨੂੰ ਚੰਗਾ ਲੱਗਦਾ ਰਿਹਾ ਤੇ ਉਹ ਅੱਗੇ ਕੰਮ ਕਰਦਾ ਗਿਆ। ਇਸੇ ਤਰ੍ਹਾਂ ਜਦੋਂ ਅਸੀਂ 1:11 ਪੜ੍ਹਦੇ ਹਾਂ ਤਾਂ ਪਰਮੇਸ਼ਰ ਨੇ ਕਿਹਾ ਧਰਤੀ ਉੱਤੇ ਘਾਹ, ਸਾਗਪਤ ਅਤੇ ਫਲਦਾਰ ਰੁੱਖ ਪੈਦਾ ਹੋਣ, ਜੋ ਆਪਣੀ ਕਿਸਮ ਅਨੁਸਾਰ ਧਰਤੀ ਉੱਤੇ ਫਲਦਾਰ ਹੋਣ, ਤਾਂ ਇਹ ਹੋ ਗਿਆ। ਸੋ ਧਰਤੀ ਨੇ ਘਾਹ, ਸਾਗਪਤ ਅਤੇ ਫਲਦਾਰ ਰੁੱਖ ਜੋ ਆਪਣੀ ਆਪਣੀ ਕਿਸਮ ਅਨੁਸਾਰ ਆਪਣਾ ਆਪਣਾ ਬੀਜ ਪੈਦਾ ਕਰਦੇ ਹਨ, ਪੈਦਾ ਕੀਤੇ। ਪਰਮੇਸ਼ਰ ਨੇ ਇਹ ਦੇਖਿਆ ਤਾਂ ਉਸ ਨੂੰ ਚੰਗਾ ਲੱਗਿਆ। ਹਾਲੇਲੂਇਆ। ਜਦੋਂ ਅਸੀਂ ਅੱਗੇ ਵੀ ਪੜ੍ਹਦੇ ਹਾਂ ਤੇ ਬਹੁਤ ਸਾਰੀਆਂ ਪਰਮੇਸ਼ਰ ਨੇ ਚੀਜ਼ਾਂ ਬਣਾਈਆਂ। ਤਾਂ ਜਦੋਂ ਪਰਮੇਸ਼ਰ ਬਣਾਉਂਦਾ ਗਿਆ, ਬਣਾਉਂਦਾ ਗਿਆ, ਬਣਾਉਂਦਾ ਗਿਆ, ਤਾਂ ਉਸ ਨੂੰ ਉਹ ਜਦੋਂ ਦੇਖਦਾ ਗਿਆ, ਬਣਾ ਕੇ ਦੇਖਿਆ, ਤਾਂ ਉਸ ਨੂੰ ਪਰਮੇਸ਼ਰ ਨੂੰ ਸਾਰਾ ਕੁਝ ਚੰਗਾ ਲੱਗਿਆ। ਉਸ ਨੂੰ ਪਰਮੇਸ਼ਰ ਨੂੰ ਇਹ ਨਹੀਂ ਹੋਇਆ ਕਿ ਕੋਈ ਚੀਜ਼ ਉਹਨੂੰ ਨਾ ਚੰਗੀ ਲੱਗੀ ਹੋਵੇ। ਪਰਮੇਸ਼ਰ ਨੂੰ ਇਹ ਚੀਜ਼ਾਂ ਬਣਾਈਆਂ, ਧਰਤੀ ਬਣਾਈ, ਸੂਰਜ, ਆਸਮਾਨ, ਤਾਰੇ, ਜੋ ਵੀ ਅਸੀਂ ਦੇਖਦੇ ਹਾਂ, ਸਾਰਾ ਕੁਝ ਪਰਮੇਸ਼ਰ ਨੇ ਬਣਾਇਆ ਤੇ ਉਸ ਨੂੰ ਵਧੀਆ ਲੱਗਿਆ, ਚੰਗਾ ਲੱਗਿਆ। ਹਾਲੇਲੂਇਆ। ਜਦੋਂ ਅਸੀਂ ਇਸੇ ਅਧਿਆਏ ਦੇ ਵਿੱਚ 1:31 ਆਇਤ ਪੜ੍ਹਦੇ ਹਾਂ ਤਾਂ ਉੱਥੇ ਕੀ ਲਿਖਿਆ ਵਾ ਆ? 1:31 ਆਇਤ ਪੜਾਂਗੇ। ਤਦ ਪਰਮੇਸ਼ਰ ਨੇ ਆਪਣੀ ਹਰ ਰਚੀ ਚੀਜ਼ ਦੇਖੀ ਜੋ ਉਸਨੂੰ ਬਹੁਤ ਹੀ ਚੰਗੀ ਲੱਗੀ। ਤਦ ਪਰਮੇਸ਼ਰ ਨੇ ਜਿੰਨੀਆਂ ਵੀ ਚੀਜ਼ਾਂ ਬਣਾਈਆਂ, ਚਾਹੇ ਉਹ ਜਾਨਵਰ ਬਣਾਏ, ਚਾਹੇ ਉਹ ਪੰਛੀ ਬਣਾਏ, ਚਾਹੇ ਉਹ ਸੂਰਜ ਬਣਾਇਆ, ਚਾਹੇ ਚੰਦਰਮਾ ਬਣਾਇਆ, ਚਾਹੇ ਕੋਈ ਵੀ ਚੀਜ਼ ਬਣਾਈ, ਪਰਮੇਸ਼ਰ ਨੂੰ ਉਹ ਸਾਰੀਆਂ ਚੀਜ਼ਾਂ ਚੰਗੀਆਂ ਲੱਗੀਆਂ। ਹਾਲੇਲੂਇਆ। ਤੇ ਫਿਰ ਕੀ ਹੋਇਆ? ਜਦੋਂ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਬਣਾਈਆਂ ਤਾਂ ਉਸਨੂੰ ਚੰਗੀਆਂ ਲੱਗੀਆਂ, ਪਰ ਪਰਮੇਸ਼ਰ ਨੂੰ ਇੱਕ ਚੀਜ਼ ਪਸੰਦ ਨਹੀਂ ਆਈ। ਹਾਲੇਲੂਇਆ। ਪਰਮੇਸ਼ਰ ਨੂੰ ਆਪਣੀ ਇੱਕ ਚੀਜ਼ ਬਣਾਈ ਚੰਗੀ ਨਹੀਂ ਲੱਗੀ। ਤੇ ਉਹ ਕਿਹੜੀ ਚੀਜ਼ ਸੀਗੀ? ਪੜਾਂਗੇ। ਉਤਪਤ ਉਸਦਾ ਦੂਸਰਾ ਅਧਿਆਇ, ਉਹਦੀ 1:18 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ
तद परमेश्वर ने कहा ये चंगा नहीं। की चंगा नहीं? कि आदम का इकल्ले रहना। परमेश्वर ਨੂੰ आदम परमेश्वर ने बनाया ਤੇ परमेश्वर ਨੂੰ आदम ਤਾਂ ਚੰਗਾ ਲੱਗਿਆ ਪਰ ਉਸ ਦਾ ਇਕੱਲਾ ਰਹਿਣਾ ਚੰਗਾ ਨਹੀਂ ਲੱਗਿਆ। ਹਾਲੇਲੂਇਆ। ਪਰਮੇਸ਼ਰ ਨੂੰ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਚੰਗੀਆਂ ਲੱਗਦੀਆਂ, ਬਹੁਤ ਸਾਰੀਆਂ ਚੰਗੀਆਂ ਨਹੀਂ ਲੱਗਦੀਆਂ। ਹਾਲੇਲੂਇਆ। ਤੇ ਅਸੀਂ ਪਰਮੇਸ਼ਰ ਦੇ ਲਈ ਕੀ ਕਰ ਰਹੇ ਹਾਂ? ਜੋ ਅਸੀਂ ਸੰਸਾਰ ਉੱਤੇ ਰਹਿ ਰਹੇ ਹਾਂ, ਇਸ ਧਰਤੀ ਉੱਤੇ ਰਹਿ ਰਹੇ ਹਾਂ, ਕੀ ਪਰਮੇਸ਼ਰ ਨੂੰ ਉਹ ਚੰਗਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ? ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਆ, ਅਸੀਂ ਜਲਦੀ ਦੇ ਨਾਲ ਥੋੜੀਆਂ ਜਿਹੀਆਂ ਸਟੋਰੀ ਦੇਖਾਂਗੇ ਬਾਈਬਲ ਦੇ ਵਿੱਚੋਂ। ਤਾਂ ਕੀ ਹੋਇਆ ਜਦੋਂ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ, ਧਰਤੀ ਅਸਮਾਨ ਸਾਰਾ ਕੁਝ ਬਣਾ ਲਿਆ ਤਾਂ ਉਸਨੂੰ ਸਾਰਾ ਕੁਝ ਚੰਗਾ ਲੱਗਿਆ, ਪਰ ਉਸਨੂੰ ਆਦਮ ਦਾ ਇਕੱਲਾ ਰਹਿਣਾ ਠੀਕ ਨਹੀਂ ਲੱਗਿਆ। ਤਾਂ ਕੀ ਕੀਤਾ ਪਰਮੇਸ਼ਰ ਨੇ? ਉਸ ਦੇ ਲਈ ਇੱਕ ਸਹਾਇਕ ਬਣਾਈ ਤੇ ਉਸਨੂੰ ਜਿਹੜੀ ਚੀਜ਼ ਚੰਗੀ ਨਹੀਂ ਲੱਗਦੀ ਸੀ ਉਸਨੂੰ ਕੰਪਲੀਟ ਕਰ ਦਿੱਤਾ, ਪੂਰਾ ਕਰਤਾ ਕਿ ਪਰਮੇਸ਼ਰ ਨੂੰ ਆਦਮ ਚੰਗਾ ਲੱਗ ਸਕੇ। ਹਾਲੇਲੂਇਆ। ਪਰਮੇਸ਼ਰ ਨੇ ਆਦਮ ਨੂੰ ਹਵਾ ਦਿੱਤੀ ਕਿ ਆਦਮ ਕੀ ਮੈਨੂੰ ਇਕੱਲਾ ਜਿਹੜਾ ਚੰਗਾ ਨਹੀਂ ਲੱਗਦਾ, ਕਿ ਬਾਕੀ ਸਾਰਿਆਂ ਦੇ ਜੋੜੇ ਜੋੜੇ ਆ, ਇਹ ਇਕੱਲਾ ਆ। ਤੇ ਪਰਮੇਸ਼ਰ ਨੇ ਕੀ ਕੀਤਾ? ਉਸ ਦੇ ਲਈ ਵੀ ਇੱਕ ਸਾਥਣ ਬਣਾਈ। ਹਾਲੇਲੂਇਆ। ਤੇ ਪਰਮੇਸ਼ਰ ਨੂੰ ਇਹ ਬਣਾ ਕੇ ਸਾਰਾ ਕੁਝ ਕੀ ਲੱਗਿਆ? ਚੰਗਾ ਲੱਗਿਆ। ਜਦੋਂ ਅਸੀਂ ਅੱਗੇ ਬਾਈਬਲ ਪੜ੍ਹਦੇ ਹਾਂ ਤਾਂ ਜਦੋਂ ਅਸੀਂ ਕਾਇਨ ਤੇ ਹਾਵਲ ਦੀ ਸਟੋਰੀ ਨੂੰ ਪੜ੍ਹਦੇ ਹਾਂ ਤਾਂ ਇਹਦੇ ਚੌਥੇ ਅਧਿਆਏ ਦੇ ਵਿੱਚ ਸਾਨੂੰ ਮਿਲਦੀ ਆ। ਤਾਂ ਕੀ ਹੋਇਆ? ਜਦੋਂ ਕਾਇਨ ਤੇ ਹਾਵਲ ਆਪਣੀ ਭੇਟ ਨੂੰ ਲੈ ਕੇ ਆਉਂਦੇ ਆ ਤਾਂ ਪਰਮੇਸ਼ਰ ਜਿਹੜਾ ਹਾਵਲ ਦੀ ਭੇਟ ਨੂੰ ਪਸੰਦ ਕਰਦਾ ਆ, ਚੰਗਾ ਉਸ ਨੂੰ ਮੰਨਦਾ ਆ, ਗ੍ਰਹਿਣ ਕਰਦਾ। ਜਿਹੜਾ ਕਾਇਨ ਦੀ ਭੇਟ ਹੈ ਉਸ ਨੂੰ ਗ੍ਰਹਿਣ ਨਹੀਂ ਕਰਦਾ। ਹਾਲੇਲੂਇਆ। ਜਿਹੜੀ ਹਾਵਲ ਦੀ ਭੇਟ ਆ, ਹਾਵਲ ਦੀ ਭੇਟ ਤੋਂ ਪਰਮੇਸ਼ਰ ਖੁਸ਼ ਹੁੰਦਾ ਆ। ਕਿਉਂ? ਕਿਉਂਕਿ ਹਾਵਲ ਜਿਹੜਾ ਸੀਗਾ, ਜਦੋਂ ਕਾਇਨ ਤੇ ਹਾਵਲ ਦੀ ਮਾਤਾ ਕੀ ਉਹਨਾਂ ਦੇ ਕੋਲ ਆਈ ਤਾਂ ਉਹਨਾਂ ਨੂੰ ਕਿਹਾ ਕਿ ਕੱਲ ਅਸੀਂ ਪਰਮੇਸ਼ਰ ਦੇ ਲਈ ਵੇਦੀ ਬਣਾਵਾਂਗੇ, ਉਸ ਉੱਤੇ ਭੇਟ ਚੜਾਵਾਂਗੇ। ਤੇ ਕਾਇਨ ਤੇ ਹਾਵਲ ਨੂੰ ਕਿਹਾ ਕਿ ਤੁਸੀਂ ਵੀ ਤੂੰ ਆਪਣੀ, ਕਾਇਨ ਨੂੰ ਕਿਹਾ ਤੂੰ ਆਪਣੀ ਫਸਲ ਦਾ ਵਿੱਚੋਂ ਪਰਮੇਸ਼ਰ ਦੇ ਲਈ ਲੈ ਕੇ ਆਈ, ਤੇ ਹਾਵਲ ਨੂੰ ਕਿਹਾ ਤੂੰ ਆਪਣੀਆਂ ਭੇਡਾਂ ਦੇ ਵਿੱਚੋਂ ਪਰਮੇਸ਼ਰ ਦੇ ਲਈ ਲੈ ਕੇ ਆਈ। ਤਾਂ ਕੀ ਹੋਇਆ? ਜਿਹੜਾ ਹਾਵਲ ਸੀਗਾ ਉਹ ਕੀ ਹੋਇਆ? ਆਪਣੇ ਦਿਲ ਤੋਂ ਪਰਮੇਸ਼ਰ ਦੇ ਲਈ ਭੇਟ ਲੈ ਕੇ ਆਇਆ। ਹਾਲੇਲੂਇਆ। ਜਦੋਂ ਹਾਵਲ ਜਿਹੜਾ ਸੀਗਾ ਆਪਣੀ ਇੱਜੜ ਦੇ ਵਿੱਚੋਂ ਲੀਲਾ ਲੈ ਕੇ ਆਇਆ ਕਿ ਉਹ ਦਿਲ ਤੋਂ ਲੈ ਕੇ ਆਇਆ ਸੀਗਾ, ਤੇ ਪਰਮੇਸ਼ਰ ਨੇ ਉਹਦੀ ਭੇਟ ਨੂੰ ਸਵੀਕਾਰ ਕੀਤਾ ਤੇ ਪਰਮੇਸ਼ਰ ਉਹਦੀ ਭੇਟ ਤੋਂ ਖੁਸ਼ ਹੋਇਆ, ਉਸਨੂੰ ਚੰਗੀ ਲੱਗੀ ਹਾਵਲ ਦੀ ਭੇਟ। ਜਿਹੜਾ ਕਾਇਨ ਸੀਗਾ ਉਹ ਕੁੜਕੜਾਉਣ ਲੱਗ ਪਿਆ ਕਿ ਮੈਂ ਮਿਹਨਤ ਕਰਦਾ ਆ ਕਿ ਮੇਰੀ ਜਿਹੜੀ ਭੇਟ ਹੈ, ਮੇਰਾ ਜਿਹੜਾ ਫਸਲ ਦਾ ਹਿੱਸਾ ਆ, ਉਹ ਪਰਮੇਸ਼ਰ ਨੂੰ ਐਵੇਂ ਦੇਈ ਜਾਂਦੇ ਆ। ਉਸਨੂੰ ਚੰਗਾ ਨਹੀਂ ਲੱਗਿਆ ਤੇ ਪਰਮੇਸ਼ਰ ਨੇ ਉਸ ਦੀ ਭੇਟ ਨੂੰ ਠਕਰਾ ਦਿੱਤਾ। ਕਿਉਂਕਿ ਪਰਮੇਸ਼ਰ ਨੂੰ ਜਦੋਂ ਅਸੀਂ ਕੁਝ ਵੀ ਦਿੰਦੇ ਆ ਤੇ ਪਰਮੇਸ਼ਰ ਸਾਡੇ ਹਾਰਟ ਨੂੰ ਦੇਖਦਾ, ਸਾਡੇ ਦਿਲ ਨੂੰ ਦੇਖਦਾ। ਜਿਹੜੀ ਜਿਸ ਚੀਜ਼ ਦੇ ਨਾਲ, ਜਿਸ ਹਾਰਟ ਦੇ ਨਾਲ ਅਸੀਂ ਦਿੰਦੇ ਆ, ਪਰਮੇਸ਼ਰ ਉਹ ਦਿਲ ਦੇਖਦਾ ਆ। ਹਾਲੇਲੂਇਆ। ਤੇ ਪਰਮੇਸ਼ਰ ਨੇ ਜਿਸ ਤਰ੍ਹਾਂ ਹਾਵਲ ਦੀ ਭੇਟ ਨੂੰ ਪਸੰਦ ਕੀਤਾ ਤੇ ਕਾਇਨ ਦੀ ਭੇਟ ਨੂੰ ਨਾ ਪਸੰਦ ਕਰਦਾ, ਉਸਨੇ ਠੁਕਰਾ ਦਿੱਤੀ ਉਸ ਭੇਟ ਨੂੰ। ਕਿਉਂ? ਕਿਉਂਕਿ ਉਹ ਚੰਗੀ ਨਹੀਂ ਲੱਗੀ ਹੈਗੀ, ਕਿਉਂਕਿ ਉਸਦਾ ਦੇਣ ਦਾ ਢੰਗ, ਉਸਦੇ ਦੇਣ ਦਾ ਹਿਰਦਾ ਜਿਹੜਾ ਸੀਗਾ ਉਹ ਸਹੀ ਨਹੀਂ ਸੀਗਾ। ਕਿ ਅੱਜ ਅਸੀਂ ਪਰਮੇਸ਼ਰ ਨੂੰ ਭੇਟ ਦੇ ਰਹੇ ਹਾਂ, ਕਿ ਪਰਮੇਸ਼ਰ ਨੂੰ ਭੇਟ ਪਸੰਦ ਹੈ? ਕਿਉਂਕਿ ਬਹੁਤ ਸਾਰੀਆਂ ਜਿਹੜੀ ਚੀਜ਼ ਪਰਮੇਸ਼ਰ ਨੂੰ ਪਸੰਦ ਨਹੀਂ ਹੁੰਦੀ, ਪਰਮੇਸ਼ਰ ਉਸ ਨੂੰ ਠੁਕਰਾ ਦਿੰਦਾ। ਕਿ ਜਿਹੜੀ ਚੀਜ਼ ਅਸੀਂ ਪਰਮੇਸ਼ਰ ਨੂੰ ਭੇਟ ਦੇ ਰਹੇ ਹਾਂ, ਚਾਹੇ ਉਹ ਅਸੀਂ ਧੰਨਵਾਦ ਦੀ ਭੇਟ ਦੇ ਰਹੇ ਹਾਂ, ਚਾਹੇ ਅਸੀਂ ਉਹ ਪੈਸੇ ਦੀ ਭੇਟ ਦੇ ਰਹੇ ਹਾਂ, ਚਾਹੇ ਅਸੀਂ ਕੋਈ ਵੀ ਚੀਜ਼ ਪਰਮੇਸ਼ਰ ਨੂੰ ਦੇ ਰਹੇ ਹਾਂ, ਹਾਲੇਲੂਇਆ, ਕਿ ਉਹ ਪਰਮੇਸ਼ਰ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ? ਕਿ ਉਹ ਸਾਡਾ ਦੇਣ ਦਾ ਢੰਗ ਪਰਮੇਸ਼ਰ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ? ਹਾਲੇਲੂਇਆ। ਕਿਉਂਕਿ ਅਸੀਂ ਹਾਵਲ ਵਰਗੇ ਬਣਨਾ, ਜੋ ਹਾਵਲ ਨੇ ਭੇਟ ਦਿੱਤੀ, ਪਰਮੇਸ਼ਰ ਨੇ ਉਸਨੂੰ ਗ੍ਰਹਿਣ ਕੀਤਾ ਹੈ। ਹਾਲੇਲੂਇਆ। ਤੇ ਇਸੇ ਤਰ੍ਹਾਂ ਜਦੋਂ ਕੀ ਹੋਇਆ ਕਿ ਬਾਈਬਲ ਦੇ ਵਿੱਚ ਇੱਕ ਅੱਛੀ ਸਟੋਰੀ ਲਿਖੀ ਹੈ, ਅਸੀਂ ਉਸ ਨੂੰ ਸਟੋਰੀ ਨੂੰ ਪੜਾਂਗੇ, ਕੱਢਾਂਗੇ ਲੂਕਾ ਦੀ ਅੰਜੀਲ, ਉਸ ਦਾ 18 ਅਧਿਆਏ, ਉਸ ਦੀ 10 ਆਇਤ ਨੂੰ ਅਸੀਂ ਪੜਾਂਗੇ। ਲੂਕਾ 18 ਦੀ 10। ਇੱਥੇ ਇੱਕ ਸਟੋਰੀ ਲਿਖੀ ਹੋਈ ਆ ਕਿ ਦੋ ਆਦਮੀ ਪਰਮੇਸ਼ਰ ਦੇ ਭਵਨ ਦੇ ਵਿੱਚ ਗਏ। ਦੋ ਆਦਮੀ ਪਰਮੇਸ਼ਰ ਦੇ ਭਵਨ ਦੇ ਵਿੱਚ ਗਏ ਪ੍ਰਾਰਥਨਾ ਕਰਨ ਦੇ ਲਈ। ਦੋਨਾਂ ਆਦਮੀਆਂ ਨੇ ਕੀ ਕੀਤੀ? ਪ੍ਰਾਰਥਨਾ ਕੀਤੀ। ਹਾਲੇਲੂਇਆ। ਇੱਕ ਦੀ ਪ੍ਰਾਰਥਨਾ ਤੋਂ ਪਰਮੇਸ਼ਰ ਖੁਸ਼ ਹੋਇਆ ਤੇ ਦੂਸਰੇ ਦੀ ਪ੍ਰਾਰਥਨਾ ਤੋਂ ਪਰਮੇਸ਼ਰ ਖੁਸ਼ ਨਹੀਂ ਹੋਇਆ ਹੈਗਾ। ਹਾਲੇਲੂਇਆ। ਤੇ ਪਹਿਲੇ ਆਦਮੀ ਨੇ ਕੀ ਪ੍ਰਾਰਥਨਾ ਕੀਤੀ ਤੇ ਦੂਸਰੇ ਆਦਮੀ ਨੇ ਕੀ ਪ੍ਰਾਰਥਨਾ ਕੀਤੀ, ਆਓ ਅਸੀਂ ਦੇਖਾਂਗੇ। ਤੇ ਇਹ ਜਿਹੜੇ ਸੀਗੇ, ਇੱਕ ਫਰੀਸੀ ਸੀਗਾ ਤੇ ਇੱਕ ਟੈਕਸ ਲੈਣ ਵਾਲਾ ਸੀਗਾ। ਤੇ ਫਰੀਸੀ ਨੇ ਪ੍ਰਾਰਥਨਾ ਕੀਤੀ ਤੇ ਟੈਕਸ ਲੈਣ ਵਾਲੇ ਨੇ ਪ੍ਰਾਰਥਨਾ ਕੀਤੀ। ਤੇ ਪਰਮੇਸ਼ਰ ਨੇ ਦੋਨਾਂ ਦੇ ਵਿੱਚੋਂ ਕਿਹੜੀ ਪ੍ਰਾਰਥਨਾ ਨੂੰ ਪਸੰਦ ਕੀਤਾ, ਚੰਗਾ ਸਮਝਿਆ, ਤੇ ਕਿਹੜੀ ਪ੍ਰਾਰਥਨਾ ਨੂੰ ਚੰਗਾ ਨਹੀਂ ਸਮਝਿਆ? ਆਓ ਅਸੀਂ ਪੜਾਂਗੇ
ਜਦੋਂ 10 ਆਇਤ ਪੜ੍ਹਦੇ ਹਾਂ, ਲੂਕਾ 18 ਦੀ 10 ਦੇ ਵਿੱਚ ਪੜ੍ਹਦੇ ਹਾਂ, ਉੱਤੇ ਲਿਖਿਆ ਵਾ 2 ਆਦਮੀ ਪ੍ਰਾਰਥਨਾ ਕਰਨ ਦੇ ਲਈ ਮੰਦਿਰ ਵਿੱਚ ਗਏ, ਇੱਕ ਫਰੀਸੀ ਸੀ ਅਤੇ ਦੂਜਾ ਟੈਕਸ ਲੈਣ ਵਾਲਾ। ਹਾਲੇਲੂਇਆ। ਫਰੀਸੀ ਖੜਾ ਹੋ ਕੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਲੱਗਾ। ਜਿਹੜਾ ਫਰੀਸੀ ਸੀਗਾ ਪ੍ਰਾਰਥਨਾ ਕਰਨ ਲੱਗਾ ਪਰਮੇਸ਼ਰ ਦੇ ਅੱਗੇ, ਹੇ ਪਰਮੇਸ਼ਰ, ਮੈਂ ਤੇਰਾ ਧੰਨਵਾਦੀ ਹਾਂ ਕਿ ਮੈਂ ਦੂਜੇ ਲੋਕਾਂ ਦੀ ਤਰ੍ਹਾਂ ਲੋਭੀ, ਅਧਰਮੀ, ਵਿਭਚਾਰੀ ਨਹੀਂ ਹਾਂ। ਮੈਂ ਤੇਰਾ ਧੰਨਵਾਦ ਕਰਦਾ ਹਾਂ, ਮੈਂ ਇਸ ਟੈਕਸ ਲੈਣ ਵਾਲੇ ਵਰਗਾ ਵੀ ਨਹੀਂ ਹਾਂ। ਮੈਂ ਸਪਤਾਹ ਵਿੱਚ 2 ਵਾਰ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਆਮਦਨੀ ਦਾ 10ਵਾਂ ਹਿੱਸਾ ਵੀ ਤੇਰੇ ਲਈ ਦਿੰਦਾ ਹਾਂ। ਪਰ ਟੈਕਸ ਲੈਣ ਵਾਲਾ ਦੂਰ ਹੀ ਖੜਾ ਰਿਹਾ। ਜਿਹੜਾ ਫਰੀਸੀ ਸੀਗਾ ਉਹ ਪ੍ਰਾਰਥਨਾ ਕਰਨ ਲੱਗਾ। ਕੀ ਪ੍ਰਾਰਥਨਾ ਕਰਨ ਲੱਗਾ? ਕਹਿੰਦਾ ਪ੍ਰਭੂ ਮੈਂ ਵਿਭਚਾਰੀ ਨਹੀਂ ਹੈਗਾ, ਮੈਂ ਹਫਤੇ ਵਿੱਚ 2 ਵਾਰ ਵਰਤ ਵੀ ਰੱਖਦਾ, ਮੈਂ ਤੈਨੂੰ ਦਸਵੰਧ ਵੀ ਦਿੰਦਾ ਆ। ਕਹਿੰਦਾ ਮੈਂ ਇਸ ਟੈਕਸ ਲੈਣ ਵਾਲੇ ਵਰਗਾ ਨਹੀਂ ਹੈਗਾ। ਉਹ ਜਿਹੜਾ ਫਰੀਸੀ ਸੀਗਾ ਤੁਲਨਾ ਕਰਨ ਲੱਗਿਆ ਆਪਣੇ ਨਾਲੋਂ, ਉਸ ਟੈਕਸ ਲੈਣ ਵਾਲੇ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਵਧੀਆ ਪਰਮੇਸ਼ਰ ਦੇ ਸਾਹਮਣੇ ਸਾਬਤ ਕਰਨ ਲੱਗਾ। ਪਰਮੇਸ਼ਰ ਨੂੰ ਇਸ ਗੱਲ ਅੱਛੀ ਨਹੀਂ ਲੱਗੀ ਹੈਗੀ ਉਸਦੀ। ਹਾਲੇਲੂਇਆ। ਤੇ ਜਦੋਂ ਉਹ ਟੈਕਸ ਲੈਣ ਵਾਲਾ ਪਰਮੇਸ਼ਰ ਦੇ ਕੋਲ ਆਇਆ ਪ੍ਰਾਰਥਨਾ ਕਰਨ ਲੱਗਾ ਤਾਂ ਉਹ ਕੀ ਕਹਿਣ ਲੱਗਾ? ਤੇ ਪਰ ਟੈਕਸ ਲੈਣ ਵਾਲਾ ਦੂਰ ਹੀ ਖੜਾ ਰਿਹਾ। ਉਸ ਨੂੰ ਉਤਾਂ ਆਕਾਸ਼ ਵੱਲ ਆਪਣੀਆਂ ਅੱਖਾਂ ਚੁੱਕਣ ਦਾ ਹੌਸਲਾ ਨਾ ਪਿਆ। ਉਸਨੇ ਆਪਣੀ ਛਾਤੀ ਪਿੱਟਦੇ ਹੋਏ ਇਹ ਪ੍ਰਾਰਥਨਾ ਕੀਤੀ, ਹੇ ਪਰਮੇਸ਼ਰ, ਮੈਂ ਪਾਪੀ ਮਨੁੱਖ ਹਾਂ, ਮੇਰੇ ਤੇ ਦਇਆ ਕਰੋ। ਹਾਲੇਲੂਇਆ, ਹਾਲੇਲੂਇਆ। ਜਦੋਂ ਟੈਕਸ ਲੈਣ ਵਾਲਾ ਪ੍ਰਾਰਥਨਾ ਕਰਨ ਲੱਗਾ ਤਾਂ ਉਹ ਦੂਰ ਹੀ ਖੜਾ ਰਿਹਾ। ਉਹਦਾ ਆਪਣੀਆਂ ਅੱਖਾਂ ਪਰਮੇਸ਼ਰ ਦੇ ਵੱਲ ਚੁੱਕਣ ਦਾ ਹੌਸਲਾ ਨਾ ਪਿਆ। ਤੇ ਕੀ ਪ੍ਰਾਰਥਨਾ ਕਰਨ ਲੱਗਾ? ਕਹਿੰਦਾ ਪਰਮੇਸ਼ਰ ਮੈਂ ਪਾਪੀ ਹਾਂ। ਉਹ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਮੰਨਣ ਗਿਆ, ਪਰਮੇਸ਼ਰ ਅੱਗੇ ਨੀਵਾਂ ਹੋਇਆ। ਕਹਿੰਦਾ ਮੇਰੇ ਉੱਤੇ ਦਇਆ ਕਰੋ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਮੈਂ ਪਾਪੀ ਹਾਂ, ਮੈਂ ਪਾਪੀ ਮਨੁੱਖ ਹਾਂ, ਮੇਰੇ ਉੱਤੇ ਦਇਆ ਕਰੋ। ਮੈਂ ਹਾਲੇਲੂਇਆ। ਇਹਨਾਂ ਦੋਨਾਂ ਨੇ ਇਸੇ ਤਰ੍ਹਾਂ ਪ੍ਰਾਰਥਨਾ ਕੀਤੀ। ਤੇ ਯਿਸੂ ਮਸੀਹ ਅੱਗੇ ਕੀ ਕਹਿਣ ਲੱਗਾ? ਜਦੋਂ ਇਹਨਾਂ ਦੋਨਾਂ ਦੀ ਪ੍ਰਾਰਥਨਾ, ਇੱਕ ਦ੍ਰਿਸ਼ਟਾਂਤ ਦਿੱਤਾ ਸੀਗਾ ਯਿਸੂ ਮਸੀਹ ਨੇ, ਤੇ ਯਿਸੂ ਮਸੀਹ ਅੱਗੇ ਕੀ ਕਹਿਣ ਲੱਗਾ? ਯਿਸੂ ਮਸੀਹ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਹਾਂ, ਇਹ ਟੈਕਸ ਲੈਣ ਵਾਲਾ ਹੀ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਮਨਜ਼ੂਰ ਹੋਇਆ ਅਤੇ ਆਪਣੇ ਪਾਪਾਂ ਤੋਂ ਮਾਫੀ ਪਾ ਕੇ ਘਰ ਗਿਆ, ਉਹ ਫਰੀਸੀ ਨਹੀਂ। ਤੇ ਯਿਸੂ ਮਸੀਹ ਕੀ ਕਹਿਣ ਲੱਗਾ? ਕਹਿੰਦਾ ਇਹਨਾਂ ਦੋ ਇਨਸਾਨਾਂ ਨੇ ਪ੍ਰਾਰਥਨਾ ਕੀਤੀ। ਕਹਿੰਦਾ ਜਿਹੜਾ ਟੈਕਸ ਲੈਣ ਵਾਲਾ ਸੀਗਾ, ਕਹਿੰਦਾ ਇਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਮਨਜ਼ੂਰ ਹੋਇਆ। ਇਹਦੀ ਪ੍ਰਾਰਥਨਾ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਮਨਜ਼ੂਰ ਹੋਈ। ਪਰਮੇਸ਼ਰ ਇਸ ਦੀ ਪ੍ਰਾਰਥਨਾ ਤੋਂ ਖੁਸ਼ ਹੋਇਆ, ਚੰਗਾ ਲੱਗਿਆ ਇਸ ਦੀ ਪ੍ਰਾਰਥਨਾ ਸੁਣ ਕੇ। ਜਿਹੜਾ ਟੈਕਸ ਲੈਣ ਵਾਲਾ ਸੀ, ਉਸਨੇ ਫਰੀਸੀ ਦੀ ਪ੍ਰਾਰਥਨਾ ਨੂੰ ਨਹੀਂ ਪਸੰਦ ਕੀਤਾ ਹੈਗਾ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿਹਾ, ਕਹਿੰਦਾ ਜਿਹੜਾ ਟੈਕਸ ਲੈਣ ਵਾਲਾ ਸੀਗਾ ਉਹ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਕਬੂਲ ਹੋਇਆ, ਹਨਾ। ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਕੁਝ ਵੀ ਲੈ ਕੇ ਆਉਂਦੇ ਹਾਂ, ਕਿ ਉਹ ਚੀਜ਼ ਪਰਮੇਸ਼ਰ ਨੂੰ ਪਸੰਦ ਹੈ ਜਾਂ ਨਹੀਂ ਪਸੰਦ? ਕਿ ਸਾਡੀ ਪ੍ਰਾਰਥਨਾ ਪਰਮੇਸ਼ਰ ਨੂੰ ਪਸੰਦ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ? ਸਾਡਾ ਦਾਨ ਦਿੱਤਾ ਪਰਮੇਸ਼ਰ ਨੂੰ ਪਸੰਦ ਆ ਰਿਹਾ ਜਾਂ ਨਹੀਂ ਆ ਰਿਹਾ? ਹਾਲੇਲੂਇਆ। ਪਰਮੇਸ਼ਰ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਣਾਇਆ, ਉਹਨੂੰ ਪਸੰਦ ਕੀਤਾ, ਅੱਛਾ ਲੱਗਿਆ। ਕਿ ਸਾਡੀ ਪ੍ਰਾਰਥਨਾ ਪਰਮੇਸ਼ਰ ਨੂੰ ਅੱਛੀ ਲੱਗ ਰਹੀ ਹੈ, ਕਿ ਅਸੀਂ ਦੂਸਰਿਆਂ ਦੇ ਨਾਲ ਮਿਲ ਵਰਤਦੇ ਹਾਂ, ਰਿਸ਼ਤਾ ਰੱਖਦੇ ਹਾਂ, ਸੰਸਾਰ ਦੇ ਵਿੱਚ ਚੱਲਦੇ ਹਾਂ, ਕੋਈ ਪਰਮੇਸ਼ਰ ਨੂੰ ਸਾਡੀ ਚਾਲ ਪਸੰਦ ਆ ਰਹੀ ਹੈ ਜਾਂ ਨਹੀਂ ਪਸੰਦ ਆ ਰਹੀ? ਹਾਲੇਲੂਇਆ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਇੱਕ ਹੋਰ ਇਨਸਾਨ ਹੋਇਆ, ਜਿਸ ਦੇ ਬਾਰੇ ਅਸੀਂ ਦੇਖਾਂਗੇ ਪਹਿਲਾ ਰਾਜਾ 3 ਦੀ 3ਰੇ ਅਧਿਆਇ ਦੇ ਵਿੱਚ, ਰਾਜਾ ਸੁਲੇਮਾਨ। ਹਾਲੇਲੂਇਆ। ਤੇ ਜਦੋਂ ਰਾਜਾ ਸੁਲੇਮਾਨ ਕੀ ਕਰ ਰਿਹਾ ਸੀਗਾ? ਪਰਮੇਸ਼ਰ ਦੇ ਅੱਗੇ ਭੇਟ ਚੜਾ ਰਿਹਾ ਸੀਗਾ। ਪਰਮੇਸ਼ਰ ਉਸਦੀ ਭੇਟ ਤੋਂ ਖੁਸ਼ ਹੋਇਆ। ਉੱਥੇ ਲਿਖਿਆ ਵਾ ਕਿ ਪਰਮੇਸ਼ਰ ਉਸਦੀ ਭੇਟ ਤੋਂ ਖੁਸ਼ ਹੋਇਆ, ਉਸਨੂੰ ਪਸੰਦ ਆਈ। ਜਦੋਂ ਸੁਲੇਮਾਨ ਦੀਆਂ ਭੇਟਾਂ ਤੋਂ ਪਰਮੇਸ਼ਰ ਖੁਸ਼ ਹੋਇਆ ਤਾਂ ਪਰਮੇਸ਼ਰ ਨੇ ਕੀ ਸੁਲੇਮਾਨ ਨੂੰ ਕਿਹਾ? ਕਹਿੰਦਾ ਤੂੰ ਮੰਗ। ਕਹਿੰਦਾ ਮੈਂ ਤੇਰੀਆਂ ਭੇਟਾਂ ਤੋਂ ਪ੍ਰਸੰਨ ਹੋਇਆ, ਖੁਸ਼ ਹੋਇਆ, ਤੂੰ ਮੰਗ, ਤੂੰ ਮੇਰੇ ਤੋਂ ਕੀ ਮੰਗਣਾ ਚਾਹੁੰਦਾ ਹੈ? ਪਰ ਸੁਲੇਮਾਨ ਨੇ ਪਰਮੇਸ਼ਰ ਤੋਂ ਕੋਲੋਂ ਬੁੱਧੀ ਮੰਗੀ। ਜਦੋਂ ਪਰਮੇਸ਼ਰ ਨੇ ਦੇਖਿਆ ਕਿ ਜਿਹੜਾ ਸੁਲੇਮਾਨ ਨੇ ਬੁੱਧੀ ਮੰਗੀ, ਤਾਂ ਪਰਮੇਸ਼ਰ ਨੇ ਸੁਲੇਮਾਨ ਨੂੰ ਕੀ ਕੀਤਾ? ਕਹਿੰਦਾ ਜੋ ਤੂੰ ਮੇਰੇ ਤੋਂ ਮੰਗਿਆ ਆ, ਕਹਿੰਦਾ ਤੂੰ ਮੇਰੇ ਤੋਂ ਸੋਨਾ ਚਾਂਦੀ ਵੀ ਮੰਗ ਸਕਦਾ ਸੀਗਾ, ਧਨ ਦੌਲਤ ਵੀ ਮੰਗ ਸਕਦਾ ਆ। ਕਹਿੰਦਾ 3 ਦੀ 10 ਵਿੱਚ ਲਿਖਿਆ ਵਾ, ਪਰਮੇਸ਼ਰ ਕਹਿੰਦਾ ਪ੍ਰਭੂ ਸੁਲੇਮਾਨ ਦੀ ਇਸ ਮੰਗ ਤੋਂ ਬਹੁਤ ਖੁਸ਼ ਹੋਇਆ। ਪਰਮੇਸ਼ਰ
ਜਿਹੜਾ ਸੀਗਾ ਸੁਲੇਮਾਨ ਨੇ ਜਦੋਂ ਬੁੱਧੀ ਮੰਗੀ, ਪਰਮੇਸ਼ਰ ਇਸ ਬੁੱਧੀ ਮੰਗਣ ਤੋਂ ਪਰਮੇਸ਼ਰ ਖੁਸ਼ ਹੋਇਆ। ਪਰਮੇਸ਼ਰ ਕਹਿੰਦਾ ਮੈਂ ਤਾਂ ਸੋਨਾ ਵੀ ਮੰਗ ਸਕਦਾ, ਚਾਂਦੀ ਵੀ ਮੰਗ ਸਕਦਾ, ਜਾਇਦਾਦ ਵੀ ਮੰਗ ਸਕਦਾ ਸੀਗਾ, ਆਪਣੇ ਰਾਜ ਨੂੰ ਵਧਾਉਣ ਦੇ ਲਈ ਵੀ ਮੰਗ ਸਕਦਾ ਸੀਗਾ, ਹੋਰ ਚੀਜ਼ਾਂ ਵੀ ਮੰਗ ਸਕਦਾ। ਕਹਿੰਦਾ ਮੈਂ ਇਸ ਦੀ ਮੰਗ ਤੋਂ ਖੁਸ਼ ਹੋਇਆ ਕਿ ਇਸਨੇ ਸੰਸਾਰ ਦੀਆਂ ਚੀਜ਼ਾਂ ਨਹੀਂ ਬਲਕਿ ਬੁੱਧੀ ਮੰਗੀ, ਕਿਸ ਕੰਮ ਦੇ ਲਈ? ਪਰਮੇਸ਼ਰ ਦੇ ਲੋਕਾਂ ਨੂੰ ਸੰਭਾਲਣ ਦੇ ਲਈ, ਸਹੀ ਨਿਆਂ ਕਰਨ ਦੇ ਲਈ। ਹਾਲੇਲੂਇਆ। ਪਰਮੇਸ਼ਰ, ਬਾਈਬਲ ਕਹਿੰਦੀ ਆ ਕਿ 10 ਦੇ ਵਿੱਚ ਕਿ ਪਰਮੇਸ਼ਰ ਉਸ ਦੀ ਮੰਗ ਤੋਂ ਖੁਸ਼ ਹੋਇਆ। ਅੱਜ ਅਸੀਂ ਪਰਮੇਸ਼ਰ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਮੰਗਦੇ ਹਾਂ, ਸੰਸਾਰਿਕ ਵੀ ਮੰਗਦੇ ਹਾਂ, ਆਤਮਿਕ ਮੰਗਦੇ ਹਾਂ। ਕੀ ਪਰਮੇਸ਼ਰ ਸਾਡੀ ਮੰਗ ਤੋਂ ਖੁਸ਼ ਹੋ ਰਿਹਾ ਹੈ? ਕਿ ਅਸੀਂ ਕਿਸ ਮਕਸਦ ਲਈ ਮੰਗ ਰਹੇ ਹਾਂ? ਜੋ ਵੀ ਅਸੀਂ ਚੀਜ਼ ਮੰਗਦੇ ਰਹੇ ਹਾਂ, ਕਿ ਉਸ ਦੇ ਪਿੱਛੇ ਜਿਹੜਾ ਸਾਡਾ ਮੰਗਣ ਦਾ ਉਸ ਚੀਜ਼ ਨੂੰ ਲੈ ਕੇ ਕੰਮ ਕਰਨ ਦਾ ਮਕਸਦ ਹੈ, ਕਿ ਉਹ ਅੱਛਾ ਆ ਸਾਡੀ ਜ਼ਿੰਦਗੀ ਦੇ ਵਿੱਚ ਕਿ ਨਹੀਂ? ਸਾਡੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ, ਕਿ ਪਰਮੇਸ਼ਰ ਤੋਂ ਅਸੀਂ ਜੋ ਵੀ ਮੰਗ ਰਹੇ ਹਾਂ, ਪਰਮੇਸ਼ਰ ਉਸ ਤੋਂ ਖੁਸ਼ ਹੋ ਰਿਹਾ ਜਾਂ ਨਹੀਂ ਹੋ ਰਿਹਾ? ਅਸੀਂ ਇਸ ਗੱਲ ਤੇ ਗੌਰ ਕਰਨੀ ਆ। ਹਾਲੇਲੂਇਆ। ਪਰਮੇਸ਼ਰ ਤੋਂ ਬਹੁਤ ਸਾਰੇ ਇਨਸਾਨਾਂ ਨੇ ਮੰਗਿਆ, ਤੇ ਬਹੁਤ ਸਾਰੀਆਂ ਇਨਸਾਨਾਂ ਦੀ ਮੰਗ ਤੋਂ ਪਰਮੇਸ਼ਰ ਖੁਸ਼ ਹੋਇਆ, ਬਹੁਤ ਸਾਰਿਆਂ ਤੋਂ ਨਹੀਂ ਵੀ ਖੁਸ਼ ਹੋਇਆ। ਜਿਸ ਤਰ੍ਹਾਂ ਅਸੀਂ ਪੜ੍ਹ ਕੇ ਹਟੇ ਹਾਂ ਕਿ ਉਹ ਜਿਹੜਾ ਫਰੀਸੀ ਸੀਗਾ, ਪਰਮੇਸ਼ਰ ਉਸ ਦੀ ਪ੍ਰਾਰਥਨਾ ਤੋਂ ਖੁਸ਼ ਨਹੀਂ ਹੋਇਆ ਹੈਗਾ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਾਂ ਹੈਗੀਆਂ ਆ ਕਿ ਜਦੋਂ ਪਰਮੇਸ਼ਰ ਨੇ ਦੇਖਿਆ ਪੂਰੀ ਮਾਨਵ ਜਾਤੀ ਉੱਤੇ ਪਾਪ ਫੈਲ ਚੁੱਕਾ ਸੀਗਾ। ਨੂਹ ਦੇ ਸਮੇਂ ਕੀ ਹੋਇਆ? ਪਾਪ ਫੈਲ ਚੁੱਕਾ ਸੀਗਾ। ਜਦੋਂ ਪਾਪ ਪੂਰੀ ਮਾਨਵ ਜਾਤੀ ਉੱਤੇ ਫੈਲ ਗਿਆ ਤਾਂ ਕੀ ਹੋਇਆ? ਪਰਮੇਸ਼ਰ ਨੂੰ ਉੱਥੇ ਨੂਹ ਚੰਗਾ ਲੱਗਿਆ। ਪਰਮੇਸ਼ਰ ਨੇ ਪੂਰੀ ਮਾਨਵ ਜਾਤੀ ਨੂੰ ਖਤਮ ਕਰ ਦਿੱਤਾ, ਪਰ ਨੂਹ ਨੂੰ ਖਤਮ ਨਹੀਂ ਕੀਤਾ, ਕਿਉਂਕਿ ਨੂਹ ਪਰਮੇਸ਼ਰ ਨੂੰ ਚੰਗਾ ਲੱਗਿਆ। ਹਾਲੇਲੂਇਆ। ਜਿਹੜੀ ਚੀਜ਼ ਪਰਮੇਸ਼ਰ ਨੂੰ ਚੰਗੀ ਲੱਗਦੀ ਆ ਉਹ ਕਦੇ ਵੀ ਖਤਮ ਨਹੀਂ ਕਰਦਾ ਪਰਮੇਸ਼ਰ। ਹਾਲੇਲੂਇਆ। ਅਗਰ ਸਾਡੀ ਪ੍ਰਾਰਥਨਾ ਪਰਮੇਸ਼ਰ ਨੂੰ ਚੰਗੀ ਲੱਗ ਰਹੀ ਆ, ਅਗਰ ਸਾਡਾ ਬੋਲਣਾ ਪਰਮੇਸ਼ਰ ਨੂੰ ਚੰਗਾ ਲੱਗ ਰਿਹਾ, ਸਾਡੀ ਆਰਾਧਨਾ ਕਰਨੀ ਪਰਮੇਸ਼ਰ ਨੂੰ ਚੰਗੀ ਲੱਗ ਰਹੀ ਹੈ, ਪਰਮੇਸ਼ਰ ਤੁਹਾਨੂੰ ਬਲੈਸ ਕਰੇਗਾ, ਤੁਹਾਨੂੰ ਕਦੇ ਵੀ ਖਤਮ ਨਹੀਂ ਕਰੇਗਾ। ਜਿਹੜੀ ਚੀਜ਼ ਪਰਮੇਸ਼ਰ ਨੂੰ ਚੰਗੀ ਨਹੀਂ ਲੱਗਦੀ ਉਹ ਖਤਮ ਹੋ ਜਾਂਦੀ ਹੈ। ਹਾਲੇਲੂਇਆ। ਜਿਸ ਤਰ੍ਹਾਂ ਪੂਰੇ ਜਦੋਂ ਆਦਮ ਦੀ ਗਲਤੀ ਦੇ ਦੁਆਰਾ ਪੂਰੇ ਮਾਨਵ ਜਾਤੀ ਪਾਪ ਦੇ ਵਿੱਚ ਗ੍ਰਸਤ ਹੋ ਗਈ, ਪਰਮੇਸ਼ਰ ਨੂੰ ਬਾਈਬਲ ਕਹਿੰਦੀ ਆ ਨੂਹ ਚੰਗਾ ਲੱਗਿਆ। ਹਾਲੇਲੂਇਆ। ਪਰਮੇਸ਼ਰ ਨੂੰ ਨੂਹ ਚੰਗਾ ਲੱਗਿਆ। ਪਰਮੇਸ਼ਰ ਨੇ ਨੂਹ ਨੂੰ ਖਤਮ ਨਹੀਂ ਕੀਤਾ ਹੈਗਾ। ਹੈ ਅੱਜ ਇਨਸਾਨ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਆ। ਜਿਸ ਤਰ੍ਹਾਂ ਆਦਮ ਤੇ ਹਵਾ ਨੂੰ ਬਣਾਇਆ, ਆਦਮ ਨੂੰ ਕੀ ਚੰਗਾ ਲੱਗਿਆ? ਜਦੋਂ ਆਦਮ ਦੇ ਕੋਲ, ਹਵਾ ਦੇ ਕੋਲ ਸੱਪ ਆਇਆ, ਸੱਪ ਨੇ ਬਹਿਕਾਇਆ, ਤੇ ਜਦੋਂ ਹਵਾ ਨੇ ਦੇਖਿਆ ਕਿ ਉਹ ਫਲ ਖਾਣ ਦੇ ਵਿੱਚ ਸੱਚਮੁੱਚ ਸੁੰਦਰ ਹੈ। ਜਦੋਂ ਸੱਪ ਆਇਆ, ਸ਼ੈਤਾਨ ਆਇਆ, ਤੇ ਸ਼ੈਤਾਨ ਨੇ ਭਰਮਾਇਆ ਹਵਾ ਨੂੰ ਕਿ ਅਗਰ ਤੁਸੀਂ ਇਹ ਫਲ ਖਾਓਗੇ ਤਾਂ ਤੁਸੀਂ ਪਰਮੇਸ਼ਰ ਵਰਗੇ ਹੋ ਜਾਓਗੇ। ਜਦੋਂ ਉਸ ਔਰਤ ਨੇ ਦੇਖਿਆ ਕਿ ਫਲ ਸੱਚਮੁੱਚ ਖਾਣ ਦੇ ਲਈ ਇਹ ਚੰਗਾ ਆ, ਉਸ ਨੂੰ ਵੀ ਬਾਈਬਲ ਕਹਿੰਦੀ ਹੈ ਕਿ ਚੰਗਾ ਲੱਗਿਆ ਉਹ ਫਲ ਦੇਖਣ ਦੇ ਵਿੱਚ। ਹਾਲੇਲੂਇਆ। ਤੇ ਕੀ ਲੱਗਿਆ? ਉਹ ਜਿਹੜੀ ਬੁਰੀ ਚੀਜ਼ ਸੀਗੀ ਉਸ ਨੂੰ ਚੰਗੀ ਲੱਗੀ ਹਵਾ ਨੂੰ। ਤੇ ਅੱਜ ਵੀ ਬਹੁਤ ਸਾਰੀਆਂ ਸਾਨੂੰ ਬੁਰੀਆਂ ਚੀਜ਼ਾਂ, ਬੁਰੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਆ, ਪਰ ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸਹੀ ਨਹੀਂ ਹੁੰਦੀਆਂ। ਜਦੋਂ ਉਹ ਹਵਾ ਨੇ ਉਸ ਚੀਜ਼ ਨੂੰ, ਆਦਮ ਤੇ ਹਵਾ ਨੇ ਉਸ ਫਲ ਨੂੰ ਖਾਧਾ ਤਾਂ ਉਹ ਖਤਮ ਹੋ ਗਏ, ਉਹ ਪਾਪ ਦੇ ਵਿੱਚ ਡਿੱਗ ਪਏ। ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਆਪਣੀ ਪਸੰਦ ਦੇ ਅਨੁਸਾਰ ਚੰਗੀਆਂ ਲੱਗਦੀਆਂ, ਬਹੁਤ ਸਾਰੀਆਂ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਹੁੰਦਾ, ਅੱਜ ਬਹੁਤ ਸਾਰੀਆਂ ਚੀਜ਼ਾਂ ਉਹ ਇਨਸਾਨ ਪਸੰਦ ਕਰ ਰਿਹਾ ਹੈ। ਹਾਲੇਲੂਇਆ। ਬਹੁਤ ਸਾਰੀਆਂ ਚੀਜ਼ਾਂ ਪ੍ਰਭੂ ਯਿਸੂ ਮਸੀਹ ਨੇ ਨਾ ਪਸੰਦ ਜਿਹੜੀਆਂ ਸੀਗੀਆਂ, ਪਰਮੇਸ਼ਰ ਨੂੰ ਪਸੰਦ ਨਹੀਂ ਸੀਗੀਆਂ, ਉਹਨਾਂ ਨੂੰ ਖਤਮ ਕਰ ਦਿੱਤਾ। ਬਾਈਬਲ ਸਾਨੂੰ ਦੱਸਦੀ ਆ ਕਿ ਜਦੋਂ ਅਸੀਂ ਕਹੌਤਾਂ ਦੀ ਕਿਤਾਬ ਦੇ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਪਰਮੇਸ਼ਰ ਨੂੰ ਨਹੀਂ ਪਸੰਦ, 7 ਚੀਜ਼ਾਂ ਦੇ ਬਾਰੇ ਉੱਥੇ ਲਿਖਿਆ ਵਾ ਪਰਮੇਸ਼ਰ ਨੂੰ ਜਿਹੜੀਆਂ ਨਹੀਂ ਪਸੰਦ ਹੈਗੀਆਂ, ਤੇ ਉਹਨਾਂ ਚੀਜ਼ਾਂ ਦੇ ਨਾਲ ਪਰਮੇਸ਼ਰ ਘਿਰਨਾ ਕਰਦਾ। ਜਦ ਕਹੌਤਾਂ 6 ਦੀ 16 ਤੋਂ ਲੈ ਕੇ 19 ਤੱਕ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੋਇਆ ਪਰਮੇਸ਼ਰ ਨੂੰ 7 ਚੀਜ਼ਾਂ ਜਿਨ੍ਹਾਂ ਦੇ ਨਾਲ ਪਰਮੇਸ਼ਰ ਘਿਰਨਾ ਕਰਦਾ, ਉਹਨਾਂ ਨੂੰ ਪਸੰਦ ਨਹੀਂ ਹੈਗੀਆਂ। ਉਹ ਕਿਹੜੀਆਂ ਕਿਹੜੀਆਂ ਆ? ਸਭ ਤੋਂ ਪਹਿਲਾਂ ਹੰਕਾਰੀ ਅੱਖਾਂ। ਕਹੌਤਾਂ ਉਹਦੀ 6 ਦੀ 16 ਤੋਂ ਲੈ ਕੇ 19 ਤੱਕ, ਹੰਕਾਰੀ ਅੱਖਾਂ। ਦੂਸਰੇ ਨੰਬਰ ਤੇ ਆ ਝੂਠ ਬੋਲਣ ਵਾਲੀ ਜੀਭ। ਕਿ ਸਾਡੀਆਂ ਜਿਹੜੀਆਂ ਅੱਖਾਂ ਆ ਇਹ ਹੰਕਾਰ ਦੇ ਵਿੱਚ ਤਾਂ ਨਹੀਂ, ਘਮੰਡ ਦੇ ਵਿੱਚ ਤਾਂ ਨਹੀਂ ਹੈਗੀਆਂ? ਸਾਡੀ ਝੂਠ ਬੋਲਣ ਵਾਲੀ ਜੀਭ, ਅਸੀਂ ਆਪਣੀ ਜੀਭ ਤੋਂ ਝੂਠ ਤਾਂ ਨਹੀਂ ਬੋਲ ਰਹੇ, ਝੂਠੀਆਂ ਗਵਾਹੀਆਂ ਤਾਂ ਨਹੀਂ ਦੇ ਰਹੇ। ਬਹੁਤ ਸਾਰੇ ਲੋਕ ਝੂਠ ਬੋਲਦੇ ਆ, ਉਹ ਖਤਮ ਹੋ ਜਾਂਦੇ। ਜਿਸ ਤਰ੍ਹਾਂ ਹਨਨਿਆ ਤੇ ਸਫੀਰਾ ਸੀਗੇ, ਉਹ ਝੂਠ ਬੋਲਦੇ ਸੀਗੇ, ਨਾਸ਼ ਹੋ ਗਏ, ਹੈ ਨਾ। ਤੇ ਗਹੇਜੀ ਆਪਣੇ ਅਲੀਸ਼ਾ ਦੇ ਨਾਲ ਝੂਠ ਬੋਲਿਆ ਤਾਂ ਉਹ ਵੀ ਨਾਸ਼ ਹੋ ਗਿਆ। ਤਾਂ ਕੀ ਹੋ ਗਿਆ ਕਿ ਜਿਹੜੀ ਝੂਠ ਬੋਲਣ ਵਾਲੀ ਜੀਭ ਆ ਪਰਮੇਸ਼ਰ ਨੂੰ ਪਸੰਦ ਨਹੀਂ ਹੈਗੀ। ਅਗਰ ਅਸੀਂ ਝੂਠ ਬੋਲ ਰਹੇ ਹਾਂ ਤੇ ਉਸੇ ਜੀਭ ਦੇ ਨਾਲ ਪ੍ਰਾਰਥਨਾ ਕਰ ਰਹੇ ਹਾਂ ਤਾਂ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਨਹੀਂ ਸੁਣੇਗਾ, ਕਿਉਂਕਿ ਉਹ ਜੀਭ ਨੂੰ ਵੀ ਪਰਮੇਸ਼ਰ ਘਿਰਨਾ ਕਰਦਾ। ਫਿਰ ਉਸੇ ਜੀਭ ਤੋਂ ਪ੍ਰਾਰਥਨਾ ਕਿੱਦਾਂ ਸੁਣੇਗਾ ਕਿ ਅਸੀਂ ਸੱਚ ਬੋਲ ਰਹੇ ਹਾਂ? ਮਾਸੂਮਾਂ ਦਾ ਕਤਲ ਕਰਨ ਵਾਲੇ ਹੱਥ। ਤੀਸਰਾ ਪੁਆਇੰਟ ਹੈਗਾ ਮਾਸੂਮਾਂ ਦਾ ਕਤਲ ਕਰਨ ਵਾਲੇ, ਜਿਹੜੇ ਹੱਥਾਂ ਦੇ ਦੁਆਰਾ ਅਸੀਂ ਕਤਲ ਕਰਦੇ ਹਾਂ, ਉਸੇ ਹੱਥਾਂ ਦੇ ਦੁਆਰਾ ਅਗਰ ਪਰਮੇਸ਼ਰ ਦੇ ਸਾਹਮਣੇ ਭੇਟ ਲੈ ਕੇ ਜਾਵਾਂਗੇ, ਪਰਮੇਸ਼ਰ ਉਹ ਸਵੀਕਾਰ ਨਹੀਂ ਕਰੇਗਾ।
ਨਾ ਕੋਈ ਗਲਤ ਕਮਾਈ ਇਸੇ ਹੱਥਾਂ ਦੇ ਨਾਲ ਅਸੀਂ ਗਲਤ ਕੰਮ ਕਰਦੇ ਹਾਂ, 2 ਨੰਬਰ ਦਾ ਬਿਜ਼ਨਸ ਕਰਦੇ ਹਾਂ, ਨਸ਼ੇ ਵੇਚਦੇ ਹਾਂ, ਕਿ ਉਹੀ ਪੈਸਾ ਅਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਲੈ ਕੇ ਆਉਂਦਾ, ਪਰਮੇਸ਼ਰ ਉਸ ਪੈਸੇ ਨੂੰ ਪਸੰਦ ਨਹੀਂ ਕਰੇਗਾ। ਕਿ ਤੁਸੀਂ ਕੀ ਬੀਜ ਰਹੇ ਹੋ, ਪਰਮੇਸ਼ਰ ਉਸ ਨੂੰ ਪਸੰਦ ਕਰ ਰਿਹਾ ਜਾਂ ਨਹੀਂ ਪਸੰਦ ਕਰ ਰਿਹਾ। ਦੁਸ਼ਟ ਭਰੀਆਂ ਵਿਉਂਤਾਂ ਬਣਾਉਣ ਵਾਲਾ ਮਨ, ਸਾਡਾ ਮਨ, ਪਵਿੱਤਰ ਆਤਮਾ ਦਾ ਮਨ ਮੰਦਰ ਕੀ ਆ, ਇਹ ਸਾਡਾ ਮਨ। ਕਿ ਇਸ ਮਨ ਦੇ ਦੁਆਰਾ ਕੀ ਅਸੀਂ ਦੁਸ਼ਟ ਭਰੀਆਂ ਵਿਉਂਤਾਂ ਤਾਂ ਨਹੀਂ ਬਣਾਉਂਦੇ ਆਪਣੇ ਦੁਸ਼ਮਣਾਂ ਦੇ ਪ੍ਰਤੀ ਜਾਂ ਕਿਸੇ ਹੋਰ ਦੇ ਪ੍ਰਤੀ। ਤੇ ਫਿਰ ਪਰਮੇਸ਼ਰ ਇਸ ਮਨ ਨੂੰ ਵੀ ਘਿਰਨਾ ਕਰਦਾ ਆ, ਹਨਾ। ਬੁਰਾਈ ਤੇ ਚੱਲਣ ਵਾਲੇ ਪੈਰ, ਬਹੁਤ ਸਾਰੇ ਪੈਰ ਬੁਰਾਈ ਦੇ ਵਿੱਚ ਚੱਲਦੇ ਆ, ਬੁਰੇ ਇਨਸਾਨਾਂ ਦੀ ਬੁਰੀ ਸੰਗਤੀ ਦੇ ਵਿੱਚ ਚੱਲਦੇ ਆ। ਕਿ ਉਹੀ ਅਗਰ ਪੈਰ ਪਰਮੇਸ਼ਰ ਦੀ ਸੰਗਤੀ ਦੇ ਵਿੱਚ ਚੱਲਣ, ਉਧਰ ਬੁਰਾਈ ਰਸਤੇ ਵੀ ਚੱਲਣ, ਪਰਮੇਸ਼ਰ ਉਹਨਾਂ ਪੈਰਾਂ ਨੂੰ ਵੀ ਫਿਰ ਘਿਰਨਾ ਕਰੇਗਾ। ਪਰਮੇਸ਼ਰ ਕਹਿੰਦਾ ਇੱਕ ਮਿਆਨ ਦੇ ਵਿੱਚ 2 ਤਲਵਾਰਾਂ ਨਹੀਂ ਰਹਿ ਸਕਦੀਆਂ। ਪਰਮੇਸ਼ਰ ਪਸੰਦ ਕਰਦਾ ਜਿਹੜੇ ਅੱਛਾਈ ਤੇ ਪੈਰ ਚੱਲਦੇ ਆ, ਚੰਗੇ ਰਸਤੇ ਦੇ ਵਿੱਚ ਪੈਰ ਚੱਲਦੇ ਆ, ਅੱਛੀ ਸੰਗਤ ਦੇ ਵਿੱਚ ਪੈਰ ਚੱਲਦੇ ਆ। ਪਰਮੇਸ਼ਰ ਉਹਨਾਂ ਪੈਰਾਂ ਨੂੰ ਪਸੰਦ ਕਰਦਾ। ਜਿਹੜੇ ਬੁਰਾਈ ਤੇ ਪੈਰ ਚੱਲਦੇ ਆ, ਪਰਮੇਸ਼ਰ ਉਹਨਾਂ ਨੂੰ ਪਸੰਦ ਨਹੀਂ ਕਰਦਾ। ਕਿ ਅਸੀਂ ਸਾਡੇ ਪੈਰ ਪਰਮੇਸ਼ਰ ਨੂੰ ਪਸੰਦ ਆ ਰਿਹਾ, ਕਿ ਸਾਡੀ ਜੀਭ ਪਰਮੇਸ਼ਰ ਨੂੰ ਪਸੰਦ ਆ ਰਹੀ ਹੈ, ਕਿ ਸਾਡੀਆਂ ਅੱਖਾਂ ਪਰਮੇਸ਼ਰ ਨੂੰ ਪਸੰਦ ਆ ਰਹੀਆਂ, ਕਿ ਸਾਡੇ ਹੱਥ ਪਰਮੇਸ਼ਰ ਨੂੰ ਪਸੰਦ ਆ ਰਹੇ ਆ, ਕਿ ਪਰਮੇਸ਼ਰ ਨੂੰ ਸਾਡਾ ਮਨ ਪਸੰਦ ਆ ਰਿਹਾ ਆ। ਤੇ ਪਰ ਅੱਗੇ ਲਿਖਿਆ ਵਾ 6ਵਾਂ ਕਿ ਝੂਠੀ ਗਵਾਹੀ ਦੇਣ ਵਾਲਾ ਮੂੰਹ। ਇਹ ਬਹੁਤ ਸਾਰੇ ਲੋਕ ਅਦਾਲਤਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਜਾ ਕੇ ਝੂਠੀਆਂ ਗਵਾਹੀਆਂ ਦਿੰਦੇ ਆ, ਕਿ ਉਹ ਪਰਮੇਸ਼ਰ ਉਹ ਸਾਡੇ ਮੂੰਹ ਨੂੰ ਪਸੰਦ ਕਰ ਰਿਹਾ ਆ। ਅੱਜ ਅਸੀਂ ਦੇਖਣਾ, ਅਗਰ ਤੁਸੀਂ ਝੂਠੀਆਂ ਗਵਾਹੀਆਂ ਦੇ ਰਿਹਾ ਪਰਮੇਸ਼ਰ ਨੂੰ, ਸਾਡੇ ਮੂੰਹ ਤੋਂ ਘਿਰਨਾ ਆ, ਪਰਮੇਸ਼ਰ ਪਸੰਦ ਨਹੀਂ ਕਰਦਾ। ਅਗਰ 7ਵਾਂ ਪੁਆਇੰਟ ਹੈਗਾ ਮਿੱਤਰਾਂ ਵਿੱਚ ਫੁੱਟ ਪਾਉਣ ਵਾਲਾ ਮਨੁੱਖ। ਉਹ ਇਨਸਾਨ ਜਿਹੜਾ ਮਿੱਤਰਾਂ ਦੇ ਵਿੱਚ, 2 ਭਰਾਵਾਂ ਦੇ ਵਿੱਚ, 2 ਭੈਣਾਂ ਦੇ ਵਿੱਚ ਜਿਹੜਾ ਫੁੱਟ ਪਾ ਦਿੰਦਾ ਆ, ਲੜਾਈ ਪਾ ਦਿੰਦਾ ਆ, ਪਰਮੇਸ਼ਰ ਉਸ ਇਨਸਾਨ ਨੂੰ ਵੀ ਕੀ ਕਰਦਾ ਆ, ਘਿਰਨਾ ਕਰਦਾ। ਉਹ ਇਨਸਾਨ ਪਰਮੇਸ਼ਰ ਨੂੰ ਪਸੰਦ ਨਹੀਂ ਹੈਗਾ। ਹਾਲੇਲੂਇਆ। ਕਿ ਅਸੀਂ ਕਿਸੇ ਦੇ ਜੀਵਨ ਦੇ ਵਿੱਚ 2 ਭਰਾਵਾਂ ਦੇ ਵਿੱਚ, 2 ਭੈਣਾਂ ਦੇ ਵਿੱਚ, 2 ਪਤੀ ਪਤਨੀ ਦੇ ਵਿੱਚ ਕੀ ਫੁੱਟ ਤਾਂ ਨਹੀਂ ਪਾ ਰਹੇ ਹੈਗੇ। ਹਾਲੇਲੂਇਆ। ਕਿ ਅਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਅੱਛੇ ਬਣਨਾ। ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਨੂੰ ਬਣਾਇਆ, ਸੂਰਜ, ਚੰਦਰਮਾ, ਤਾਰਿਆਂ ਨੂੰ ਬਣਾਇਆ, ਪਰਮੇਸ਼ਰ ਨੇ ਕਿਹਾ ਅੱਛਾ ਆ। ਹਾਲੇਲੂਇਆ। ਆਦਮ ਦਾ ਇਕੱਲਾ ਰਹਿਣਾ ਪਰਮੇਸ਼ਰ ਨੇ ਕਿਹਾ ਠੀਕ ਨਹੀਂ ਹੈਗਾ। ਉਹਨੇ ਕਾਇਨ ਦੀ ਭੇਡ ਨੂੰ ਪਸੰਦ ਨਹੀਂ ਕੀਤਾ, ਬਲਕਿ ਹਾਵਲ ਦੀ ਭੇਡ ਨੂੰ ਪਸੰਦ ਕੀਤਾ। ਹਾਲੇਲੂਇਆ। ਕਿਉਂਕਿ ਪਰ ਉਹਨੇ ਕਿਉਂ ਹਾਵਲ ਦੀ ਭੇਡ ਨੂੰ ਪਸੰਦ ਕੀਤਾ? ਉਹਨੂੰ ਨੂੰ ਕਿਉਂ ਹੀ ਅੱਛਾ ਲੱਗਿਆ, ਬਾਕੀ ਕਿਉਂ ਨਹੀਂ ਅੱਛੇ ਲੱਗੇ ਹੈਗੇ? ਬਾਕੀ ਸਾਰੀ ਮਾਨਵ ਜਾਤੀ ਪਾਪ ਦੇ ਵਿੱਚ ਸੀ, ਪਰ ਬਾਈਬਲ ਕਹਿੰਦੀ ਨੂੰ ਪਰਮੇਸ਼ਰ ਨੂੰ ਪਸੰਦ ਆਇਆ। ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਦਾ ਅਨੁਗ੍ਰਹਿ ਉਸ ਉੱਤੇ ਹੋਇਆ। ਹਾਲੇਲੂਇਆ। ਨੂੰ ਅੱਛਾ ਲੱਗਿਆ, ਧਰਮੀ ਗਿਣਿਆ ਗਿਆ। ਹਾਲੇਲੂਇਆ। ਪਰਮੇਸ਼ਰ ਨੂੰ ਅੱਛੀਆਂ ਚੀਜ਼ਾਂ ਨੂੰ ਕਦੇ ਵੀ ਖਤਮ ਨਹੀਂ ਕਰਦਾ। ਹਾਲੇਲੂਇਆ। ਪਰਮੇਸ਼ਰ ਅੱਛੀਆਂ ਚੀਜ਼ਾਂ ਨੂੰ ਕਦੇ ਵੀ ਘਿਰਨਾ ਨਹੀਂ ਕਰਦਾ ਹੈਗਾ, ਤੇ ਬੁਰੀਆਂ ਨੂੰ ਪਰਮੇਸ਼ਰ ਘਿਰਨਾ ਕਰਦਾ ਆ, ਤੇ ਬੁਰੀਆਂ ਜਿਹੜੀਆਂ ਖਤਮ ਹੋ ਜਾਂਦੀਆਂ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦਾ ਡਰ ਮੰਨਦੇ ਹਾਂ, ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ, ਤਾਂ ਪਰਮੇਸ਼ਰ ਸਾਨੂੰ ਬਲੈਸ ਕਰਦਾ, ਆਸ਼ੀਸ਼ ਦਿੰਦਾ ਆ। ਜਦੋਂ ਸਾਡਾ ਚਾਲ ਚੱਲਣ, ਸਾਡਾ ਬੋਲਣਾ ਚੱਲਣਾ, ਸਾਡਾ ਦੇਖਣਾ, ਸਾਡਾ ਸੋਚਣਾ, ਸਾਡਾ ਮਨ, ਸਾਡਾ ਕੰਮ ਕਰਨਾ, ਸਾਡਾ ਪ੍ਰਾਰਥਨਾ ਕਰਨਾ, ਸਾਡਾ ਦਾਨ ਦੇਣਾ, ਸਾਡਾ ਪ੍ਰਚਾਰ ਕਰਨਾ ਪਰਮੇਸ਼ਰ ਨੂੰ ਪਸੰਦ ਆਉਂਦਾ, ਤਾਂ ਪਰਮੇਸ਼ਰ ਸਾਨੂੰ ਆਸ਼ੀਸ਼ ਦਿੰਦਾ, ਬਰਕਤ ਦਿੰਦਾ, ਤੇ ਉਹ ਸਾਨੂੰ ਹਰ ਪਾਸਿਓਂ ਬਲੈਸ ਕਰਦਾ ਜਾਂਦਾ ਹੈ। ਹਾਲੇਲੂਇਆ। ਤੇ ਜਿਹੜੀਆਂ ਚੀਜ਼ਾਂ ਪਰਮੇਸ਼ਰ ਨੂੰ ਪਸੰਦ ਨਹੀਂ ਆਉਂਦੀਆਂ, ਪਰਮੇਸ਼ਰ ਉਹਨਾਂ ਚੀਜ਼ਾਂ ਨੂੰ ਖਤਮ ਕਰ ਦਿੰਦਾ ਹੈ। ਜਿਸ ਤਰ੍ਹਾਂ ਫਰੀਸੀ ਦੀ ਪਰਮੇਸ਼ਰ ਨੇ ਪ੍ਰਾਰਥਨਾ ਜਿਹੜੀ ਸੀਗੀ ਉਹ ਪਸੰਦ ਨਹੀਂ ਆਈ ਪਰਮੇਸ਼ਰ ਨੂੰ, ਤੇ ਉਹ ਟੈਕਸ ਲੈਣ ਵਾਲੇ ਦੀ ਪ੍ਰਾਰਥਨਾ, ਜਦੋਂ ਉਸਨੇ ਪਛਤਾਤਾਪ ਕੀਤਾ, ਰਿਪੈਂਡ ਕੀਤਾ, ਤੌਬਾ ਕੀਤੀ, ਉਹਨੇ ਆਪਣੇ ਆਪ ਨੂੰ ਨੀਵਾਂ ਕੀਤਾ, ਪਰਮੇਸ਼ਰ ਨੂੰ ਚੰਗਾ ਲੱਗਿਆ, ਪਸੰਦ ਆਇਆ। ਹਾਲੇਲੂਇਆ। ਤੇ ਪਰਮੇਸ਼ਰ, ਅਸੀਂ ਇਸ ਤਰ੍ਹਾਂ ਚੱਲਣਾ ਹੈ ਕਿ ਅਸੀਂ ਦੁਨੀਆ ਦੇ ਵਿੱਚ ਪਰਮੇਸ਼ਰ ਨੂੰ ਪਸੰਦ ਆਈਏ। ਅੱਜ ਇਨਸਾਨ ਸਾਨੂੰ ਪਸੰਦ, ਅਸੀਂ ਇਨਸਾਨਾਂ ਦੀ ਪਰਵਾਹ ਨਹੀਂ ਕਰਨੀ ਹੈਗੀ ਕਿ ਕੋਈ ਇਨਸਾਨ ਸਾਨੂੰ ਪਸੰਦ ਕਰ ਰਿਹਾ ਜਾਂ ਨਹੀਂ ਪਸੰਦ ਕਰ ਰਿਹਾ। ਇਨਸਾਨ ਦੀ ਜਿਹੜੀ ਪਸੰਦ ਹੈ ਉਹ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਅੱਜ ਉਸਨੂੰ ਆਹ ਪਸੰਦ ਹੈ, ਕੱਲ ਦੂਸਰੀ ਚੀਜ਼ ਪਸੰਦ ਹੈ, ਤੀਸਰੀ ਚੀਜ਼ ਪਸੰਦ ਹੈ, ਚੌਥੀ ਚੀਜ਼ ਪਸੰਦ ਹੈ। ਪਰ ਪਰਮੇਸ਼ਰ ਸਾਡਾ ਨਾਂ ਬਦਲਣ ਵਾਲਾ ਪਰਮੇਸ਼ਰ ਹੈ। ਉਹ ਸਦਾ ਸਦਾ ਇੱਕੋ ਜਿਹਾ ਪਰਮੇਸ਼ਰ ਹੈ। ਅਸੀਂ ਇਨਸਾਨਾਂ ਦੀ ਪਸੰਦ ਨਹੀਂ ਬਣਨਾ ਹੈਗਾ, ਬਲਕਿ ਪਰਮੇਸ਼ਰ ਦੀ ਪਸੰਦ ਬਣਨਾ ਹੈ, ਕਿ ਪਰਮੇਸ਼ਰ ਮੇਰੇ ਤੋਂ ਖੁਸ਼ ਹੋ ਰਿਹਾ ਜਾਂ ਨਹੀਂ ਹੋ ਰਿਹਾ। ਹਾਲੇਲੂਇਆ। ਪਰਮੇਸ਼ਰ ਨੂੰ ਬਹੁਤ ਸਾਰੀਆਂ ਚੀਜ਼ਾਂ ਪਸੰਦ ਹੈ, ਕਿ ਅਸੀਂ ਉਸੀ ਦੀ ਪਸੰਦ ਦੇ ਵਿੱਚੋਂ ਇੱਕ ਪਸੰਦ ਬਣਨਾ ਹੈ, ਕਿ ਪਰਮੇਸ਼ਰ ਸਾਨੂੰ ਦੇਖ ਕੇ ਕਵੇ ਹਾਂ ਅੱਛਾ ਆ, ਹਾਂ ਅੱਛਾ ਆ। ਜਿਸ ਤਰ੍ਹਾਂ ਉਹਨੇ ਜ਼ਮੀਨ ਅਸਮਾਨ ਨੂੰ ਦੇਖ ਕੇ ਕਿਹਾ, ਸੂਰਜ, ਚੰਦਰਮਾ, ਤਾਰਿਆਂ ਨੂੰ ਦੇਖ ਕੇ ਕਿਹਾ, ਫਲਦਾਰ ਬ੍ਰਿਕਸ਼ ਨੂੰ ਦੇਖ ਕੇ ਕਿਹਾ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਆਪਣੀਆਂ ਹੱਥਾਂ ਦੇ ਬਣਾਈਆਂ ਹੋਈਆਂ ਨੂੰ ਕਿਹਾ ਕਿ ਹਾਂ ਅੱਛਾ ਆ। ਪਰਮੇਸ਼ਰ ਮੈਨੂੰ ਵੀ ਦੇਖ ਕੇ ਕਵੇ ਹਾਂ ਅੱਛਾ ਆ, ਤੁਹਾਨੂੰ ਵੀ ਦੇਖ ਕੇ ਕਹੇ ਪਰਮੇਸ਼ਰ ਹਾਂ ਅੱਛਾ ਆ। ਹਾਲੇਲੂਇਆ। ਅਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਅੱਛਾ ਬਣਨਾ ਹੈ, ਅਸੀਂ ਅੱਛਾ ਬਣਨਾ ਹੈ ਪਰਮੇਸ਼ਰ ਦੀ ਨਿਗਾਹ ਦੇ ਵਿੱਚ। ਹਾਲੇਲੂਇਆ। ਪਰਮੇਸ਼ਰ ਇਸ ਵਚਨ ਤੇ ਤੁਹਾਨੂੰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।